ਤੇ ਡੀਜੀਐਮਓ ਨੇ ਆਪਸ ਦੇ ਵਿੱਚ ਗੱਲਬਾत ਕੀਤੀ ਹੈ। ਹੋ ਸਕਦਾ ਹੈ ਸੀਜ਼ ਫਾਇਰ ਦਾ ਜਿਹੜਾ ਟਾਈਮ ਹੈ, ਜਿਹੜਾ ਕਿਹਾ ਗਿਆ ਸੀ ਕਿ 5 ਵਜੇ ਹੈ, ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀ ਇਹ ਗੋਲੀਬਾਰੀ ਚੱਲਦੀ ਰਹੀ। ਸੋ ਉਹ ਹੋ ਸਕਦਾ ਹੈ ਕਿ ਟਾਈਮ ਹੁਣ ਐਕਸਟੈਂਡ ਹੋ ਜਾਵੇ ਜਾਂ ਥੋੜਾ ਅੱਗੇ ਕਿਹਾ ਜਾਵੇ ਕਿ ਸੀਜ਼ ਫਾਇਰ ਇੰਨੇ ਵਜੇ ਤੋਂ ਹੋਏਗੀ। ਸੋ ਥੋੜੀ ਦੇਰ ਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਜਿਹੜੀ ਬਰੀਫਿੰਗ ਹੈ ਉਹ ਆਏਗੀ। ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਜਿਹੜੇ ਨੇ ਸੈਕਟਰੀ ਨੇ ਵਿਕਰਮ ਮਿਸਰੀ, ਉਹਨਾਂ ਦੇ ਵੱਲੋਂ ਥੋੜੀ ਦੇਰ ਦੇ ਵਿੱਚ ਬਿਆਨ ਜਾਰੀ ਕੀਤਾ ਜਾਏਗਾ। ਸੋ ਉਸ ਤੇ ਸਭ ਦੀ ਨਜ਼ਰ ਰਹੇਗੀ ਕਿ ਦੁਬਾਰਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕੀ ਬਿਆਨ ਜਾਰੀ ਕੀਤਾ ਜਾਂਦਾ ਹੈ, ਕਿਉਂਕਿ ਜੋ ਕੁਝ ਜਿਹੜਾ ਉਹਨਾਂ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ 5 ਵਜੇ ਤੋਂ ਸੀਜ਼ ਫਾਇਰ ਹੈ, ਪਰ ਉਹ 2-3 ਘੰਟਿਆਂ ਬਾਅਦ ਉਸ ਦੀ ਕੋਈ ਵੱਖਰੀ ਤਸਵੀਰ ਨਜ਼ਰ ਆਈ। ਸੀਜ਼ ਫਾਇਰ ਦੀ ਉਲੰਘਣਾ ਸ਼ਰੇਆਮ ਕੀਤੀ ਗਈ ਪਾਕਿਸਤਾਨ ਵੱਲੋਂ ਔਰ ਉਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਰਿਟੈਲੀਏਟ ਕੀਤਾ ਗਿਆ। ਸੋ ਹੁਣ ਉਸ ਤੋਂ ਬਾਅਦ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਭਾਰਤੀ ਵਿਦੇਸ਼ ਮੰਤਰਾਲੇ ਦਾ ਕੀ ਬਿਆਨ ਆਉਂਦਾ ਹੈ ਸੀਜ਼ ਫਾਇਰ ਨੂੰ ਲੈ ਕੇ, ਕਿਉਂਕਿ ਇਸ ਸਭ ਦੇ ਵਿਚਾਲੇ ਖਬਰਾਂ ਇਹ ਵੀ ਆ ਰਹੀਆਂ ਨੇ ਸੋਰਸਿਸ ਤੋਂ ਕਿ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਦੁਬਾਰਾ ਤੋਂ ਗੱਲਬਾਤ ਕਰ ਰਹੇ ਨੇ ਆਪਸ ਦੇ ਵਿੱਚ। ਭਾਰਤ ਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਦੁਬਾਰਾ ਗੱਲਬਾਤ ਕਰ ਰਹੇ ਨੇ ਔਰ ਦੁਬਾਰਾ ਕੀ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਗੱਲਬਾਤ ਹੋਈ ਹੈ ਕਿ ਸੀਜ਼ ਫਾਇਰ ਦਾ ਉਲੰਘਣ ਕਿਉਂ ਕੀਤਾ ਗਿਆ, ਹੁਣ ਅੱਗੇ ਕਿਸ ਤਰੀਕੇ ਨਾਲ ਵਿਚਰਨਾ ਹੈ, ਕੀ ਇਹ ਚੀਜ਼ ਅੱਗੇ ਇਸੇ ਤਰੀਕੇ ਨਾਲ ਚੱਲਦੀ ਰਹੇਗੀ ਜਾਂ ਸੀਜ਼ ਫਾਇਰ ਨੂੰ ਸਹੀ ਢੰਗ ਦੇ ਨਾਲ ਲਾਗੂ ਕਰਨਾ ਹੋਏਗਾ। ਸੋ ਜ਼ਿਆਦਾ ਉਮੀਦ ਇਹ ਵੀ ਹੈ ਕਿ ਦੁਬਾਰਾ ਤੋਂ ਗੱਲਬਾਤ ਦਾ ਮਤਲਬ ਹੈ ਕਿ ਜੇ ਕਿਤੇ ਉਲੰਘਣਾ ਹੋਈ ਹੈ ਤਾਂ ਉਸ ਚੀਜ਼ ਨੂੰ ਸਵੀਕਾਰ ਕਰਕੇ ਦੁਬਾਰਾ ਸੀਜ਼ ਫਾਇਰ ਨੂੰ ਠੋਸ ਤਰੀਕੇ ਨਾਲ ਲਾਗੂ ਕੀਤਾ ਜਾਏਗਾ। ਔਰ ਹੋ ਸਕਦਾ ਬਿਆਨ ਥੋੜੀ ਦੇਰ ਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਇਹ ਵੀ ਆਵੇ, ਪਰ ਜੋ ਕੁਝ ਇਨ ਬਿਟਵੀਨ ਹੋਇਆ ਇੰਨੇ ਘੰਟਿਆਂ ਦੇ ਵਿੱਚ, ਸੋ ਉਮੀਦ ਹੈ ਕਿ ਜਿਹੜਾ ਵਿਦੇਸ਼ ਮੰਤਰਾਲਾ ਹੈ ਉਸ ਬਾਰੇ ਵੀ ਸਪਸ਼ਟਤਾ ਕਰੇਗਾ। NSA ਅਜੀਤ ਡੋਵਾਲ ਨੇ ਵੀ ਚੀਨ ਦੇ ਵਿਦੇਸ਼ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਸ ਦੇ ਵਿੱਚ ਵੀ ਹੁਣ ਦੀ ਜਿਹੜੀ ਤਾਜ਼ਾ ਸਥਿਤੀ ਹੈ ਉਸੇ ਤੇ ਇਹ ਚਰਚਾ ਕੀਤੀ ਗਈ ਹੈ। ਸੋ ਹੁਣ ਦੀ ਤਾਜ਼ਾ ਅਪਡੇਟ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਜਿਹੜੇ DGMO ਨੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ, ਉਹ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ। ਜੋ ਸਭ ਕੁਝ ਹੋਇਆ ਉਸ ਸਥਿਤੀ ਤੇ ਵਿਚਾਰ ਚਰਚਾ ਕਰ ਰਹੇ ਨੇ ਭਾਰਤ ਤੇ ਪਾਕਿਸਤਾਨ ਦੇ DGMO। ਔਰ ਸੀਜ਼ ਫਾਇਰ ਉਲੰਘਣ ਤੇ ਇੱਕ ਵੱਡੀ ਅਪਡੇਟ ਹੈ ਕਿ ਸੀਜ਼ ਫਾਇਰ ਸ਼ੁਰੂ ਹੋਣ ਦਾ ਸਮਾਂ 10:30 ਵਜੇ ਸੀ। ਇਹ ਵੀ ਸੋਰਸਿਸ ਤੋਂ ਖਬਰਾਂ ਆ ਰਹੀਆਂ ਨੇ ਕਿ ਸੀਜ਼ ਫਾਇਰ ਦਾ ਜਿਹੜਾ ਸਮਾਂ ਸੀ ਲਾਗੂ ਹੋਣ ਦਾ ਉਹ 10:30 ਵਜੇ ਸੀ। ਪਹਿਲਾਂ ਸੀਜ਼ ਫਾਇਰ ਦਾ ਸਮਾਂ ਸ਼ਾਮ 5 ਵਜੇ ਦਾ ਦੱਸਿਆ ਗਿਆ ਸੀ ਔਰ ਇਹ ਜਾਣਕਾਰੀ ਖੁਦ ਵਿਦੇਸ਼ ਸਕੱਤਰ ਵੱਲੋਂ ਦਿੱਤੀ ਗਈ ਸੀ ਕਿ 5 ਵਜੇ ਤੋਂ ਸੀਜ਼ ਫਾਇਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਪਰ ਹੁਣ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਸੂਤਰਾਂ ਤੋਂ ਕਿ ਸੀਜ਼ ਫਾਇਰ ਦਾ ਸਮਾਂ 10:30 ਵਜੇ ਦਾ ਹੈ। ਸੋ 10:30 ਵਜੇ ਤੋਂ ਸਮਾਂ ਉੱਪਰ ਹੋ ਚੁੱਕਿਆ ਔਰ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਕੋਈ ਗੋਲੀਬਾਰੀ ਫੌਜ ਦਾ ਬਿਆਨ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 15-20 ਮਿੰਟ ਤੋਂ ਨਹੀਂ ਹੋਈ, ਹੁਣ ਉਸ ਦੇ ਵਿੱਚ ਹੋਰ ਜ਼ਿਆਦਾ ਸਮਾਂ ਜੁੜ ਗਿਆ ਔਰ ਕਰੀਬ ਉਸ ਗੱਲ ਨੂੰ ਪੌਣਾ ਘੰਟਾ ਹੋ ਗਿਆ। ਸੋ ਇਸ ਕਰਕੇ 10:30 ਦੀਆਂ ਖਬਰਾਂ ਆ ਰਹੀਆਂ ਨੇ ਸੋਰਸਿਸ ਤੋਂ ਕਿ 10:30 ਵਜੇ ਦਾ ਸੀਜ਼ ਫਾਇਰ ਦਾ ਟਾਈਮ ਸੀ ਔਰ 10:30 ਵਜੇ ਤੋਂ ਸੀਜ਼ ਫਾਇਰ ਲਾਗੂ ਹੋ ਗਈ ਹੈ। ਇਹ ਹੁਣ ਨਵੀਂ ਇੱਕ ਅਪਡੇਟ ਇਸ ਦੇ ਵਿੱਚ ਜੁੜ ਕੇ ਆ ਰਹੀ ਹੈ। ਸੋ ਭਾਰਤ ਤੇ ਪਾਕਿਸਤਾਨ ਦੇ DGMO ਗੱਲਬਾਤ ਕਰ ਰਹੇ ਨੇ ਆਪਸ ਦੇ ਵਿੱਚ, ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ, ਔਰ ਦੁਬਾਰਾ ਜ਼ਾਹਿਰ ਜੀ ਗੱਲ ਹੈ ਜੇ ਸੋਰਸਿਸ ਤੋਂ ਇਹ ਖਬਰਾਂ ਆ ਰਹੀਆਂ ਨੇ ਸੀਜ਼ ਫਾਇਰ ਨੂੰ ਲੈ ਕੇ ਤਾਂ ਇਹੀ ਗੱਲ ਜਾਂ ਇਹੀ ਚਰਚਾ ਉਹਨਾਂ ਦੇ ਵਿੱਚ ਹੋ ਸਕਦੀ ਹੈ ਕਿ ਸੀਜ਼ ਫਾਇਰ ਨੂੰ ਇੱਕ ਠੋਸ ਤਰੀਕੇ ਨਾਲ ਲਾਗੂ ਕੀਤਾ ਜਾਵੇ ਔਰ ਅਗਰ ਇਸ ਤਰੀਕੇ ਨਾਲ ਡਰੋਨ ਗਤੀਵਿਧੀਆਂ ਜਾਂ ਕੋਈ ਗੋਲੀਬਾਰੀ ਦੀ ਖਬਰ ਆਉਂਦੀ ਰਹੇਗੀ ਤਾਂ ਫਿਰ ਸੀਜ਼ ਫਾਇਰ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਸੋ ਥੋੜੀ ਦੇਰ ਦੇ ਵਿੱਚ ਵਿਦੇਸ਼ ਮੰਤਰਾਲਾ ਦੁਬਾਰਾ ਤੋਂ ਬਿਆਨ ਜਾਰੀ ਕਰ ਸਕਦਾ ਹੈ। ਥੋੜੀ ਦੇਰ ਦੇ ਵਿੱਚ ਵਿਦੇਸ਼ ਮੰਤਰਾਲਾ ਦੁਬਾਰਾ ਬਿਆਨ ਜਾਰੀ ਕਰੇਗਾ। ਵਿਕਰਮ ਮਿਸਰੀ ਜਿਹੜੇ ਵਿਦੇਸ਼ ਸਕੱਤਰ ਨੇ ਉਹਨਾਂ ਦਾ ਥੋੜੀ ਦੇਰ ਦੇ ਵਿੱਚ ਬਿਆਨ ਆਏਗਾ ਔਰ ਉਹ ਫਿਰ ਸੀਜ਼ ਫਾਇਰ ਤੇ ਥੋੜੀ ਹੋਰ ਸਪਸ਼ਟਤਾ ਕਰਨਗੇ ਕਿ ਆਖਿਰ ਸੀਜ਼ ਫਾਇਰ ਨੂੰ ਲੈ ਕੇ ਸਥਿਤੀ ਐਕਚੁਅਲ ਦੇ ਵਿੱਚ है कि DGMOs के बीच जो पिछले कुछ दिन से चल रही सैन्य कार्रवाई को रोकने का समझौता आज शाम को हुआ था। पिछले कुछ घंटों से इस समझौते का पाकिस्तान की ओर से घोर उल्लंघन हो रहा है। भारतीय सेना जवाबी कार्रवाई कर रही है और इस
सीमा अतिक्रमण से निपट रही है। ये अतिक्रमण अत्यंत ही निंदनीय है और पाकिस्तान इनके लिए जिम्मेदार है। हमारा मानना है कि पाकिस्तान इस स्थिति को ठीक से समझे और इस अतिक्रमण को रोकने के लिए तुरंत उचित कार्रवाई करे। सेना ने इस स्थिति पर कड़ी नजर रखी हुई है और उसे किसी भी अतिक्रमण से निपटने के लिए ठोस और सख्त कदम उठाने के लिए आदेश दे दिए गए हैं। गुड इवनिंग। For the last few hours, there have been repeated violations of the understanding arrived at earlier this evening between the Directors General of Military Operations of India and Pakistan. This is a breach of the understanding arrived at earlier today. The armed forces are giving an adequate and appropriate response to these violations, and we take very, very serious notice of these violations. We call upon Pakistan to take appropriate steps to address these violations and deal with the situation with seriousness and responsibility. The armed forces are maintaining a strong vigil on the situation. They have been given instructions to deal strongly with any instances of a repetition of the violations of the borders along the international border as well as the line of control. Thank you. ਆ ਗਿਆ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਪਾਕਿਸਤਾਨ ਨੇ ਸੀਜ਼ ਫਾਇਰ ਦਾ ਉਲੰਘਣ ਕੀਤਾ ਔਰ ਸਖਤ ਨਿੰਦਾ ਕੀਤੀ ਗਈ ਹੈ। ਵਿਕਰਮ ਮਿਸਰੀ ਜਿਹੜੇ ਵਿਦੇਸ਼ ਸਕੱਤਰ ਨੇ ਉਹਨਾਂ ਵੱਲੋਂ ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਸੀ ਸੀਜ਼ ਫਾਇਰ ਦੀ ਉਹ ਪਾਕਿਸਤਾਨ ਨੇ ਨਹੀਂ ਮੰਨੀ ਔਰ ਪਾਕਿਸਤਾਨ ਵੱਲੋਂ ਲਗਾਤਾਰ ਸੀਜ਼ ਫਾਇਰ ਦੀ ਉਲੰਘਣਾ ਕੀਤੀ ਗਈ ਹੈ। ਸੋ ਪਾਕਿਸਤਾਨ ਇਸ ਸਥਿਤੀ ਨੂੰ ਸਮਝੇ ਤੇ ਇਹ ਸਪਸ਼ਟ ਕਰੇ ਕਿ ਉਹਨਾਂ ਵੱਲੋਂ ਕਿਉਂ ਇਹ ਸਭ ਕੁਝ ਦੁਬਾਰਾ ਕੀਤਾ ਗਿਆ ਜਦੋਂ ਸੀਜ਼ ਫਾਇਰ ਦੀ ਸਹਿਮਤੀ ਬਣ ਗਈ ਸੀ। ਔਰ ਉਸ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਸੀਜ਼ ਫਾਇਰ ਦਾ ਉਲੰਘਣ ਕਰ ਰਿਹਾ ਹੈ ਔਰ ਇਸ ਗੱਲ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ। ਇਹ ਗੱਲ ਜਿਹੜਾ ਹੈ ਇਹ ਵਿਦੇਸ਼ ਮੰਤਰਾਲੇ ਦੇ ਜਿਹੜੇ ਸਪੋਕਸਪਰਸਨ ਨੇ ਵਿਦੇਸ਼ ਸਕੱਤਰ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਔਰ ਉਹਨਾਂ ਕਿਹਾ ਕਿ ਅਸੀਂ ਭਾਰਤੀ ਫੌਜ ਨੂੰ ਵੀ ਜਵਾਬੀ ਕਾਰਵਾਈ ਕਰਨ ਦੇ ਲਈ ਕਹਿ ਦਿੱਤਾ ਹੈ ਔਰ ਭਾਰਤੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ। ਸੋ ਭਾਰਤੀ ਫੌਜ ਉਹਨਾਂ ਕਿਹਾ ਕਿ ਅਸੀਂ ਜਦੋਂ ਪਾਕਿਸਤਾਨ ਨੇ ਸੀਜ਼ ਫਾਇਰ ਦਾ ਉਲੰਘਣ ਕੀਤਾ ਤਾਂ ਫਿਰ ਅਸੀਂ ਭਾਰਤੀ ਫੌਜ ਨੂੰ ਵੀ ਇਹ ਕਹਿ ਦਿੱਤਾ ਕਿ ਤੁਸੀਂ ਅੱਗੋਂ ਰਿਟੈਲੀਏਟ ਕਰ ਸਕਦੇ ਹੋ। ਸੋ ਭਾਰਤੀ ਫੌਜ ਨੂੰ ਜਵਾਬੀ ਕਾਰਵਾਈ ਦੇ ਹੁਕਮ ਨੇ और भारतीय फौज जवाबी कार्रवाई कर रही है। से चल रही सैन्य कार्रवाई को रोकने का समझौता आज शाम को हुआ था। पिछले कुछ घंटों से इस समझौते का पाकिस्तान की ओर से घोर उल्लंघन हो रहा है। भारतीय सेना जवाबी कार्रवाई कर रही है और इस सीमा अतिक्रमण से निपट रही है। ये अतिक्रमण अत्यंत ही निंदनीय है और पाकिस्तान इनके लिए जिम्मेदार है। हमारा मानना है कि पाकिस्तान इस स्थिति को ठीक से समझे और इस अतिक्रमण को रोकने के लिए तुरंत उचित कार्रवाई करे। सेना ने इस स्थिति पर कड़ी नजर रखी हुई है और उसे किसी भी अतिक्रमण से निपटने के लिए ठोस और सख्त कदम उठाने के लिए आदेश दे दिए गए हैं। Good evening. For the last few hours, there have been repeated violations of the understanding arrived at earlier this evening between the Directors General of Military Operations of India and Pakistan. This is a breach of the understanding arrived at earlier today. The armed forces are giving an adequate and appropriate response to these violations, and we take very, very serious notice of these violations. We call upon Pakistan to take appropriate steps to address these violations and deal with the situation with seriousness and responsibility. The armed forces are maintaining
a strong vigil on the situation. They have been given instructions to deal strongly with any instances of a repetition of the violations of the borders along the international border as well as the line of control. Thank you. ਤਾਂ ਐਮਈਏ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਹੈ। ਸ਼ਾਮ ਤੋਂ ਹੀ ਉਹਨਾਂ ਦੇ ਵੱਲੋਂ ਉਲੰਘਣ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਡਰੋਨ ਭੇਜੇ ਜਾ ਰਹੇ ਨੇ ਜਿਸ ਦੀ ਭਾਰਤ ਦੇ ਵੱਲੋਂ ਨਿੰਦਾ ਕੀਤੀ ਗਈ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਜੋ ਪਾਕਿਸਤਾਨ ਹੈ ਉਹ ਇਸ ਤੇ ਕੋਈ ਸਟੈਪ ਲਵੇ ਕਿਉਂਕਿ ਉਹਨਾਂ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ। ਅੱਜ ਸ਼ਾਮ ਨੂੰ ਹੀ ਖਬਰ ਸਾਹਮਣੇ ਆਈ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੋਇਆ ਹੈ ਤਾਂ ਹੁਣ ਐਮਈਏ ਦੇ ਵੱਲੋਂ ਆਫੀਸ਼ੀਅਲੀ ਸਟੇਟਮੈਂਟ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ। ਲਗਾਤਾਰ ਉਹ ਫਾਇਰਿੰਗ ਕਰ ਰਹੇ ਨੇ, ਉਹਨਾਂ ਦੇ ਵੱਲੋਂ ਡਰੋਨ ਭੇਜੇ ਜਾ ਰਹੇ ਨੇ। ਹਾਲਾਂਕਿ ਭਾਰਤੀ ਫੌਜ ਦੇ ਵੱਲੋਂ ਉਸ ਦਾ ਜਵਾਬ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਫੌਜ ਨੂੰ ਪੂਰਾ ਖੁੱਲੀ ਛੁੱਟੀ ਦਿੱਤੀ ਗਈ ਹੈ ਕਿ ਉਹ ਇਸ ਦਾ ਰਿਟੈਲੀਏਟ ਕਰਨ, ਖੁੱਲੀ ਕਾਰਵਾਈ ਕੀਤੀ ਜਾ ਸਕਦੀ ਹੈ ਫੌਜ ਦੇ ਵੱਲੋਂ। ਹਾਲਾਂਕਿ ਸੀਜ਼ਫਾਇਰ ਹੋਇਆ ਸੀ ਸ਼ਾਮ ਨੂੰ ਡੋਨਲਡ ਟਰੰਪ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਦੋਹਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਹੋ ਗਿਆ ਜਿਸ ਤੋਂ ਬਾਅਦ ਸਾਰੇ ਜੋ ਆਦੇਸ਼ ਸੀ ਬਲੈਕਆਊਟ ਵਗੈਰਾ ਉਹ ਵਾਪਸ ਲਏ ਗਏ ਸੀ। ਪਰ ਸ਼ਾਮ ਨੂੰ ਜਦੋਂ ਖਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ, ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੇ ਡਰੋਨ ਭੇਜੇ ਜਾ ਰਹੇ ਨੇ। ਜੰਮੂ ਕਸ਼ਮੀਰ 'ਚ ਵੀ ਡਰੋਨ ਭੇਜੇ ਗਏ, ਕਈ ਥਾਵਾਂ ਤੇ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ। ਉਸ ਤੋਂ ਬਾਅਦ ਵਿਕਰਮ ਮਿਸਰੀ ਦੇ ਵੱਲੋਂ ਹੁਣ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ। ਪਾਕਿਸਤਾਨ ਦੇ ਵੱਲੋਂ ਜੋ ਸੀਜ਼ਫਾਇਰ ਦੀ ਉਲੰਘਣ ਕੀਤੀ ਗਈ ਹੈ ਉਸ ਦੀ ਉਹਨਾਂ ਦੇ ਵੱਲੋਂ ਘੋਰ ਨਿੰਦਾ ਕੀਤੀ ਗਈ ਹੈ ਤੇ ਨਾਲ ਹੀ ਪਾਕਿਸਤਾਨ ਨੂੰ ਤਾੜਨਾ ਕੀਤੀ ਹੈ ਕਿ ਉਹ ਇਸ ਤੇ ਕੋਈ ਜ਼ਰੂਰੀ ਸਟੈਪ ਲਵੇ ਕਿਉਂਕਿ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਹੈ। ਤਾਂ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੇ ਉਲੰਘਣ ਨੂੰ ਲੈ ਕੇ ਐਮਈਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਵੱਲੋਂ ਹੁਣ ਆਫੀਸ਼ੀਅਲੀ ਸਟੇਟਮੈਂਟ ਦਿੱਤੀ ਗਈ ਹੈ ਕਿ ਇਹ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ। ਭਾਰਤੀ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ ਕਿ ਉਹ ਇਸ ਦਾ ਰਿਟੈਲੀਏਟ ਕਰ ਸਕਦੇ ਨੇ। ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ। ਅੱਜ ਸ਼ਾਮ ਤੋਂ ਹੀ ਖਬਰਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਡਰੋਨ ਭੇਜੇ ਜਾ ਰਹੇ ਸੀ। ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਡਰੋਨ ਭੇਜੇ ਗਏ। ਹਾਲਾਂਕਿ ਕੋਈ ਵੀ ਨੁਕਸਾਨ ਦੀ ਖਬਰ ਅਜੇ ਸਾਹਮਣੇ ਨਹੀਂ ਆਈ ਹੈ। ਭਾਰਤੀ ਫੌਜ ਦੇ ਵੱਲੋਂ ਇਸ ਦੀ ਜਵਾਬੀ ਕਾਰਵਾਈ ਦਿੱਤੀ ਜਾ ਰਹੀ ਹੈ। ਉਹਨਾਂ ਦੇ ਜੋ ਡਰੋਨ ਸੀ ਉਹਨਾਂ ਨੂੰ ਮਾਰ ਸੁੱਟਿਆ ਗਿਆ। ਤਾਂ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਹੋ ਰਿਹਾ ਹੈ। ਐਮਈਏ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੀਜ਼ਫਾਇਰ ਤੋੜਨ ਦੇ ਲਈ ਪਾਕਿਸਤਾਨ ਜ਼ਿੰਮੇਵਾਰ ਹੈ। ਤਾਂ ਇਹ ਐਮਈਏ ਦੇ ਵੱਲੋਂ ਕਿਹਾ ਗਿਆ। ਨਾਲ ਹੀ ਭਾਰਤੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ। ਪਾਕਿਸਤਾਨ ਸੀਜ਼ਫਾਇਰ ਨੂੰ ਚੰਗੀ ਤਰ੍ਹਾਂ ਸਮਝੇ। भारत और पाकिस्तान के डीजीएमओज के बीच जो पिछले कुछ दिन से चल रही सैन्य कार्रवाई को रोकने का समझौता आज शाम को हुआ था। पिछले कुछ घंटों से इस समझौते का पाकिस्तान की ओर से घोर उल्लंघन हो रहा है। भारतीय सेना जवाबी कार्रवाई कर रही है और इस सीमा अतिक्रमण से निपट रही है। ये अतिक्रमण अत्यंत ही निंदनीय है और पाकिस्तान इनके लिए जिम्मेदार है। हमारा मानना है कि पाकिस्तान इस स्थिति को ठीक से समझे और इस अतिक्रमण को रोकने के लिए तुरंत उचित कार्रवाई करे। सेना ने इस स्थिति पर कड़ी नज़र रखी हुई है और उसे किसी भी अतिक्रमण से निपटने के लिए ठोस और सख्त कदम उठाने के लिए आदेश दे दिए गए हैं। भारत और पाकिस्तान के डीजीएमओज के बीच जो पिछले कुछ दिन से चल रही सैन्य कार्रवाई को रोकने का समझौता आज शाम को हुआ था। पिछले कुछ घंटों से इस समझौते का पाकिस्तान की ओर से घोर उल्लंघन हो रहा है। भारतीय सेना जवाबी कार्रवाई कर रही है और इस सीमा अतिक्रमण से निपट रही है। ये अतिक्रमण अत्यंत ही निंदनीय है और पाकिस्तान इनके लिए जिम्मेदार है। हमारा मानना है कि पाकिस्तान इस स्थिति को ठीक से समझे और इस अतिक्रमण को रोकने के लिए तुरंत उचित कार्रवाई करे।
सेना ने इस स्थिति पर कड़ी नज़र रखी हुई है और उसे किसी भी अतिक्रमण से निपटने के लिए ठोस और सख्त कदम उठाने के लिए आदेश दे दिए गए हैं। विदेश ਸਕੱਤਰ ਵਿਕਰਮ ਮਿਸਰੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪਾਕਿਸਤਾਨ ਸੀਜ਼ ਫਾਇਰ ਦਾ ਉਲੰਘਣ ਕਰ ਰਿਹਾ ਹੈ। ਸੀਜ਼ ਫਾਇਰ ਤੋੜਨ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਤੇ ਨਾਲ ਹੀ ਭਾਰਤੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ। ਪਾਕਿਸਤਾਨ ਸੀਜ਼ ਫਾਇਰ ਨੂੰ ਚੰਗੀ ਤਰ੍ਹਾਂ ਸਮਝੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਸੀਜ਼ ਫਾਇਰ ਨੂੰ ਚੰਗੀ ਤਰ੍ਹਾਂ ਸਮਝੇ ਕਿਉਂਕਿ ਸ਼ਾਮ ਨੂੰ ਹੀ ਸੀਜ਼ ਫਾਇਰ ਹੋਇਆ ਹੈ। ਉਦੋਂ ਤੋਂ ਕਿਹਾ ਜਾ ਰਿਹਾ ਸੀ ਕਿ ਉਲੰਘਣ ਨਹੀਂ ਹੋਵੇਗਾ ਪਰ ਪਾਕਿਸਤਾਨ ਦੇ ਵੱਲੋਂ ਲਗਾਤਾਰ ਇਸ ਦੀ ਉਲੰਘਣਾ ਕੀਤੀ ਗਈ ਹੈ। ਫੌਜ ਨੂੰ ਜਵਾਬੀ ਕਾਰਵਾਈ ਕਰਨ ਦਾ ਹੁਕਮ ਵੀ ਦੇ ਦਿੱਤਾ ਗਿਆ ਤਾਂ ਫੌਜ ਨੂੰ ਖੁੱਲੀ ਛੁੱਟੀ ਦਿੱਤੀ ਗਈ ਹੈ। ਪਾਕਿਸਤਾਨ ਦੀ ਕਾਰਵਾਈ ਨਿੰਦਣਯੋਗ ਦੱਸੀ ਗਈ ਹੈ ਤਾਂ ਫੌਜ ਨੂੰ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਸਖਤ ਕਦਮ ਚੁੱਕਣ ਦੀ ਹਿਦਾਇਤ ਵੀ ਦਿੱਤੀ ਗਈ ਹੈ ਤਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਸੀਂ ਦੇਖ ਰਹੇ ਸੀ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਜਿੱਥੇ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਡਰੋਨ ਦੀ ਮੂਵਮੈਂਟ ਦੇਖੀ ਗਈ। ਕਈ ਥਾਵਾਂ ਤੇ ਬਲੈਕਆਊਟ ਕੀਤਾ ਗਿਆ ਜਿਸ ਤੋਂ ਬਾਅਦ ਜੈਸਲਮੇਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ। ਜੰਮੂ ਕਸ਼ਮੀਰ ਪੁੰਛ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਡਰੋਨ ਦੀ ਮੂਵਮੈਂਟ ਹੋਣ ਤੋਂ ਬਾਅਦ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਸੀ ਜਿਸ ਤੋਂ ਬਾਅਦ ਬਲੈਕਆਊਟ ਕਰ ਦਿੱਤਾ ਗਿਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਸੀਜ਼ ਫਾਇਰ ਦੀ ਉਲੰਘਣ ਕੀਤੀ ਗਈ ਹੈ ਤਾਂ ਸੀਜ਼ ਫਾਇਰ ਤੋੜਨ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਭਾਰਤੀ ਫੌਜ ਇਸ ਦੀ ਜਵਾਬੀ ਕਾਰਵਾਈ ਕਰ ਰਹੀ ਹੈ ਤਾਂ ਵਿਦੇਸ਼ ਸਕੱਤਰ ਦੇ ਵੱਲੋਂ ਕਿਹਾ ਗਿਆ ਹੈ ਕਿ ਫੌਜ ਨੂੰ ਖੁੱਲੀ ਛੁੱਟੀ ਹੈ ਉਹ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਸਖਤ ਕਦਮ ਚੁੱਕ ਸਕਦੇ ਨੇ। ਪਾਕਿਸਤਾਨ ਦੀ ਕਾਰਵਾਈ ਨਿੰਦਣਯੋਗ ਹੈ। ਤਾਂ ਇਸ ਤੋਂ ਪਹਿਲਾਂ ਅਸੀਂ ਤਸਵੀਰਾਂ ਦੇਖ ਰਹੇ ਸੀ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਬਲੈਕਆਊਟ ਕੀਤਾ ਗਿਆ ਸੀ। ਤਕਰੀਬਨ 12 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਸੀ। ਹਾਲਾਂਕਿ ਕਈ ਇਲਾਕਿਆਂ ਦੇ ਵਿੱਚ ਸਥਿਤੀ ਬਹਾਲ ਕਰ ਦਿੱਤੀ ਗਈ ਹੈ, ਬਿਜਲੀ ਬਹਾਲ ਕਰ ਦਿੱਤੀ ਗਈ ਹੈ ਪਰ ਕਈ ਥਾਵਾਂ ਤੇ ਅਜੇ ਵੀ ਬਲੈਕਆਊਟ ਦੱਸਿਆ ਜਾ ਰਿਹਾ ਹੈ। ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਸੀਜ਼ ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ ਤਾਂ ਪਠਾਨਕੋਟ ਦੇ ਵਿੱਚ ਵੀ ਡਰੋਨ ਦੇਖਣ ਨੂੰ ਮਿਲੇ ਸੀ। ਕਈ ਸ਼ਹਿਰਾਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਸੀ ਜਿਸ ਦੇ ਵਿੱਚ ਫਿਰੋਜ਼ਪੁਰ, ਪਠਾਨਕੋਟ, ਗੁਰਦਾਸਪੁਰ ਕਈ ਜ਼ਿਲ੍ਹੇ ਸੀ ਜਿਸ ਦੇ ਵਿੱਚ ਬਲੈਕਆਊਟ ਕੀਤਾ ਗਿਆ ਸੀ ਪਰ ਕਈ ਜਗ੍ਹਾਵਾਂ ਦੇ ਵਿੱਚ ਬਲੈਕਆਊਟ